स्वागत डी पंजाबी का प्रोग्राम खास तुहाडे वास्ते लैके हाजिर हाँ जी। प्रोग्राम गल्लां ते गीत मैं हाँ नीतू। कहते ने कहानी लेख कविता नाटक पढ़न का हौसला करिए, किताबां नाल मोह पा के हयात नूं खरा करिए। इन्हां ने कुछ क वरियां तक है रुख बन के छां करनी, चलो लफ्ज़ां दे पुंगरण दी खुदा सावे दुआ करिए। कहते ने ये शब्द जिहड़े ने ये कहानी ये लेख कविता वार्तक आलोचना ये सब कुछ ਸਾਹਿਤ ਦਾ ਇੱਕ ਹਿੱਸਾ ਹੈ, ਸਾਹਿਤ ਦਾ ਇੱਕ ਅੰਗ ਹੈ। ਤੇ ਇੱਕ ਸਾਹਿਤਕਾਰ ਇਹਨਾਂ ਸਾਰਿਆਂ ਨੂੰ ਸਿੱਖ ਕੇ ਇਹਨਾਂ ਸਾਰਿਆਂ ਨੂੰ ਸਾਡੇ ਸਮਾਜ ਦੀ ਝੋਲੀ ਵਿੱਚ ਪਾ ਕੇ ਅਲੱਗ-ਅਲੱਗ ਰੂਪ ਅਲੱਗ-ਅਲੱਗ ਰੰਗ ਪ੍ਰਗਟਾਉਂਦਾ ਹੈ ਔਰ ਆਪਣੇ ਭਾਵਾਂ ਨੂੰ ਇਹਨਾਂ ਰੰਗਾਂ ਦੇ ਨਾਲ ਜੋੜ ਕੇ ਸਮਾਜ ਦੇ ਵਿੱਚ ਵਿਚਰਦਾ, ਸਮਾਜ ਦੇ ਵਿੱਚ ਇਹਨਾਂ ਨੂੰ ਦਿੰਦਾ। ਔਰ ਇਹ ਸਾਹਿਤ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਪੰਜਾਬੀ ਸਾਹਿਤ ਦੀ इन्ना कुछ ज़्यादा विशाल है कि इस दे बारे असी सोच भी नहीं सकते। कई गीतकार कई नावलकार कई कहानीकार बहुत कुछ समाया होया है साडे साहित्य दे विच। जे गल करिए पंजाबी साहित्य दी तो सदियां तो चलदा आ रहा ये पंजाबी साहित्य अज भी साडी झोली विच बहुत कुछ पा रहा है और बहुत सारे साहित्यकार अज भी साडे समाज नूं बहुत सारी सेध देण दे वास्ते बहुत कुछ लिख रहे ने, बहुत कुछ दे रहे ने और उहदे नाल असी अपनियां नैतिक कदरां कीमतां तां सिੱਖਦੇ ही हाँ, नाल दे नाल साडे समाज दे विचों बहुत कुछ है जो असी सिੱਖਦੇ हाँ। सो अज साडे इस प्रोग्राम गल्लां ते गीत विच असी एक महान शख्सियत नूं तुहाडे कोल बुलाया जो कि एक नवे साहित्यकार कह सकते हैं कि उभरते हुए साहित्यकार ने। इन्हां नूं नावल दे राहीं अवार्ड भी मिल चुका है और यादविंदर सिंह जी साडे नाल साडे स्टूडियो दे विच मौजूद ने। साहित्य अकैडमी युवक पुरस्कार दे नाल इन्हां नूं नवाजिया गया। इन्हां दे नावल वक्त बीतिया नहीं तो बहुत बहुत स्वागत करते हैं यादविंदर जी। मैं तुहाडा ते दूरदर्शन केंद्र का बहुत बहुत धन्नवाद करदा जी, तुसीं मैनूं इस एक महत्वपूर्ण प्रोग्राम का हिस्सा बनाया जी। यादविंदर जी अज असीं गल करनी है अपनी नौजवान पीढ़ी की और नाल साहित्य की। ਸਾਹਿਤ ਤੇ नौजवान पीढ़ी का किन्ना कु तालमेल है, किन्ना कु सुमेल है कि नौजवान पीढ़ी साडे इस ਸਾਹਿਤ ਦੇ ਨਾਲ जुड़ी है या नहीं जुड़ी, ਅਸੀਂ ਕਿਵੇਂ जोड़ सकते हैं, ਕਿਵੇਂ सिखा सकते हैं, ये सारियां गल्लां ਅਸੀਂ ਤੁਹਾਡੇ ਨਾਲ ਅੱਜ ਕਰਨੀਆਂ ਨੇ। सो सब तो पहला मैं ਤੁਹਾਨੂੰ ਪੁੱਛਣਾ ਚਾਹਾਂਗੀ कि ਅੱਜ ਦੀ नौजवान पीढ़ी ਜਿਹੜੀ ਹੈ ਤੁਹਾਨੂੰ ਕੀ ਲੱਗਦਾ ਹੈ कि ਕਿੰਨੀ ਕੁ ਜ਼ਿਆਦਾ रुचि ਰੱਖਦੀ है ਸਾਹਿਤ ਦੇ ਵਿੱਚ? हाँ जी, ਜਦੋਂ ਅਸੀਂ ਗੱਲ ਕਰਦੇ ਹਾਂ ਵੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਸਾਹਿਤ ਨਾਲ ਕਿੰਨੀ ਕੁ ਜੁੜੀ ਹੋਈ ਆ ਜੀ, ਤਾਂ ਮੈਨੂੰ ਇਹ ਲੱਗਦਾ ਵੀ ਅੱਜ ਤੋਂ ਦਹਾਕਾ ਡੇਢ ਦਹਾਕਾ ਪਹਿਲਾਂ ਸਾਹਿਤ ਨਾਲ ਜੁੜਨ ਵਾਲੇ ਨੌਜਵਾਨਾਂ ਦੀ ਸੰਖਿਆ ਜ਼ਿਆਦਾ ਸੀ। ਇਸ ਦਾ ਇੱਕ ਪੱਖ ਇਹ ਆ ਕਿ ਉਦੋਂ ਸਾਡੇ ਕੋਲੇ ਜਿਹੜਾ ਮਨੁੱਖ ਦੇ ਅੰਦਰ ਇੱਕ ਸਾਹਿਤ ਦੀ ਸਾਨੂੰ ਇੱਕ ਕਲਾ ਦੀ ਜ਼ਰੂਰਤ ਹੁੰਦੀ ਹੈ ਤੇ ਸਾਹਿਤ ਆਪਣੇ ਆਪ 'ਚ ਇੱਕ ਬਹੁਤ ਹੀ ਵਿਸ਼ਾਲ ਇੱਕ ਖੂਬਸੂਰਤ ਕਲਾ ਹੈਗੀ ਜੀ। ਤੇ ਆਦਮੀ ਨੂੰ ਜਾਂ ਇਨਸਾਨ ਨੂੰ ਆਪਣੀ ਸੋਹਜ ਪੂਰਤੀ ਲਈ ਕਲਾ ਦੇ ਸਾਧਨਾਂ ਦੀ ਜ਼ਰੂਰਤ ਸੀ। ਉਹਦੇ ਵਿੱਚ ਉਸ ਸਮੇਂ ਜਦੋਂ ਕਲਾ ਦੇ ਸਾਧਨਾਂ ਦੀ ਕਮੀ ਸੀ ਜਾਂ ਉਹਨਾਂ ਦਾ ਇਹ ਪਹੁੰਚ ਆਮ ਲੋਕਾਂ ਤੱਕ ਬਹੁਤ ਘੱਟ ਸੀ ਤਾਂ ਉਦੋਂ ਸਾਹਿਤ ਇੱਕ ਮੁੱਖ ਭੂਮਿਕਾ ਨਿਭਾਉਂਦਾ ਸੀ ਜੀ। ਤੇ ਇਸ ਕਰਕੇ ਜਦੋਂ ਕਿ ਲੋਕਾਂ ਕੋਲੇ ਸਾਧਨ ਘੱਟ ਸੀ ਤਾਂ ਉਹ ਲਿਟਰੇਚਰ ਨਾਲ ਜ਼ਿਆਦਾ ਜੁੜੇ ਹੋਏ ਸੀ। ਅਸੀਂ ਆਮ ਵੇਖਾਂਗੇ, ਅਸੀਂ ਆਸੇ-ਪਾਸੇ ਸਾਡੇ ਬਜ਼ੁਰਗਾਂ ਨੂੰ ਦੇਖੀਏ ਤਾਂ ਉਹਨਾਂ ਨੂੰ ਕਈ ਕਿੱਸੇ ਹੀਰ ਰਾਂਝਾ ਮਿਰਜ਼ਾ ਸਾਹਿਬਾ ਮੂੰਹ ਜਵਾਨੀ ਯਾਦ ਨੇ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਹੀਂ ਯਾਦ ਹੈਗਾ, ਉਹਨਾਂ ਨੂੰ ਇਹਨਾਂ ਬਾਰੇ ਕੁਝ ਬੇਸਿਕ ਨੌਲੇਜ ਵੀ ਬਹੁਤ ਘੱਟ ਆ। ਇਹਦਾ ਇੱਕ ਕਾਰਨ ਇਹ ਸੀ ਕਿ ਉਹ ਬਹੁਤ ਵਧੀਆ ਤਰੀਕੇ ਨਾਲ ਆਹ ਚੀਜ਼ਾਂ ਨਾਲ ਜੁੜੇ ਹੋਏ ਸੀ। ਉਹਨਾਂ ਦੀ ਸੋਹਜ ਪੂਰਤੀ ਦਾ ਇੱਕੋ ਇੱਕ ਸਾਧਨ ਸੀ ਕਲਾ ਲਿਟਰੇਚਰ। ਤੇ ਹੁਣ ਇਸ ਇੰਟਰਨੈਟ ਦੀ ਦੁਨੀਆ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਸਾਧਨ ਨੇ ਜਿਹੜੇ ਕਿ ਇੱਕ ਚਗਾ ਚੌਂਦ ਭਰੀ ਖਿੱਚਣਾ ਸਾਨੂੰ ਖਿੱਚ ਰਹੇ ਨੇ। ਇਸ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਜੇ ਅਸੀਂ ਗੱਲ ਕਰੀਏ ਅੱਜ ਤੋਂ ਡੇਢ ਦਹਾਕਾ ਦੋ ਦਹਾਕੇ ਪਹਿਲਾਂ ਦੀ ਪੀੜ੍ਹੀ ਨਾਲੋਂ ਤਾਂ ਬਿਨਾਂ ਸ਼ੱਕ ਲਿਟਰੇਚਰ ਨਾਲੋਂ ਟੁੱਟੀ ਹੋਈ ਹੈ ਜੀ। ਯਾਦਵਿੰਦਰ ਕਹਿੰਦੇ ਨੇ ਕਿ ਜਿਹੜਾ ਬੱਚਾ ਹੁੰਦਾ ਹੈ ਉਹਨੂੰ ਜਿਹੋ ਜਿਹਾ ਤੁਸੀਂ ਬਣਾਉਣਾ ਚਾਹੁੰਦੇ ਹੋ ਉਹੋ ਜਿਹਾ ਬਣਾ ਸਕਦੇ ਹੋ ਕਿਉਂਕਿ ਇੱਕ ਫੁੱਲ ਦੇ ਨਿਆਏ ਹੁੰਦਾ ਹੈ, ਇੱਕ ਬੂਟੇ ਦੇ ਨਿਆਏ ਹੁੰਦਾ। ਸੋ ਬੱਚਿਆਂ ਨੂੰ ਕਿਹੜੀ ਉਮਰ ਦੇ ਵਿੱਚ ਅਸੀਂ ਆਪਣੇ ਸਾਹਿਤ ਦੇ ਨਾਲ ਜੋੜੀਏ ਤਾਂ ਜੋ ਉਹ ਵੱਡੇ ਹੋ ਕੇ ਨੌਜਵਾਨ ਬਣਨ ਤੱਕ ਸਾਹਿਤ ਦੇ ਨਾਲ ਜੁੜੇ ਰਹਿਣ? ਇੱਥੇ ਸਭ ਤੋਂ ਪਹਿਲੀ ਗੱਲ ਇਹ ਆ ਵੀ ਬੱਚੇ ਨੂੰ ਜੋੜਨਾ ਜਾਂ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਆ ਨਾ ਵੀ ਪ੍ਰੇਰਨਾ ਬੰਦੇ ਨੂੰ ਅੱਗੇ ਵਧਣ ਲਈ ਸਹਾਈ ਹੁੰਦੀ ਆ। ਹੁਣ ਸਭ ਤੋਂ ਪਹਿਲਾਂ ਹੁੰਦੀ ਹੈ ਇੱਕ ਤਾਂ ਪ੍ਰੇਰਨਾ, ਪਰ ਇੱਕ ਨਾ ਸਾਡੇ ਬੱਚੇ ਨੂੰ ਮਾਹੌਲ ਬਣਾਉਂਦਾ ਗਾ। ਸਭ ਤੋਂ ਪਹਿਲਾਂ ਬੱਚੇ ਦਾ ਵਿਕਾਸ ਹੁੰਦਾ ਗਾ ਮਾਹੌਲ ਨਾਲ, ਜੋ ਕਿ ਉਸਨੂੰ ਪਰਿਵਾਰ 'ਚ ਸਭ ਤੋਂ ਪਹਿਲਾਂ, ਫਿਰ ਸਕੂਲ 'ਚ ਮਿਲਦਾ। ਹੁਣ ਤੁਸੀਂ ਅਸੀਂ ਅਕਸਰ ਦੇਖਦੇ ਹਾਂ
ਪਰਿਵਾਰ ਦੇ ਵਿੱਚ ਮਾਪੇ ਮੋਬਾਈਲ ਤੇ ਲੱਗੇ ਪਏ ਹੁੰਦੇ ਨੇ, ਜੀ। ਬੱਚਾ ਉਹਨਾਂ ਨੂੰ ਦੇਖਦਾ ਵੱਡਾ ਹੋ ਰਿਹਾ ਹੈਗਾ। ਜੀ। 4-5 ਸਾਲ ਦਾ ਬੱਚਾ ਆਸਾਨੀ ਨਾਲ, ਜੇ ਤੁਸੀਂ ਉਸ ਨੂੰ ਮੋਬਾਈਲ ਫੜਾਓ ਤਾਂ ਉਹ ਆਸਾਨੀ ਨਾਲ ਵੀਡੀਓ ਗੇਮ ਪਲੇ ਕਰ ਲੈਂਦਾ ਹੈਗਾ। ਜੀ। ਸੋ ਇਸ ਤਰ੍ਹਾਂ ਉਹਨਾਂ ਦਾ ਮਾਹੌਲ ਦੇਣ ਦੀ ਜ਼ਰੂਰਤ ਆ। ਜੀ। ਜੇ ਮਾਪੇ ਖੁਦ ਕਿਤਾਬ ਲੈ ਕੇ ਬੈਠਣਗੇ ਤਾਂ ਬੱਚਾ ਉਸ ਕਿਤਾਬ ਨੂੰ ਜ਼ਰੂਰ ਦੇਖੇਗਾ, ਪੜ੍ਹੇਗਾ। ਸੋ ਇਸ ਤਰ੍ਹਾਂ ਇਹ ਮਾਹੌਲ ਦੀ ਜ਼ਰੂਰਤ ਆ। ਜਦੋਂ ਬੱਚਾ ਆਪਣੀ ਸੁਰਤ ਸੰਭਾਲਣੀ ਸ਼ੁਰੂ ਕਰਦਾ, ਜਦੋਂ ਉਸ ਨੂੰ ਆਸੇ-ਪਾਸੇ ਦੀ ਬਿਹਤਰ ਸਮਝ ਪੈਣੀ ਸ਼ੁਰੂ ਹੁੰਦੀ ਆ, ਸੋ ਉਸ ਨੂੰ ਉਦੋਂ ਹੀ ਇੱਕ ਬੁੱਕ ਕਲਚਰ ਦੇਣਾ ਜ਼ਰੂਰੀ ਹੈ। ਜੀ। ਅੱਛਾ, ਤੁਸੀਂ ਗੱਲ ਕੀਤੀ ਮਾਪਿਆਂ ਦੀ, ਔਰ ਮਾਪਿਆਂ ਦੇ ਨਾਲ ਕਹਿੰਦੇ ਨੇ ਕਿ ਜਿਹੜੇ ਅਧਿਆਪਕ ਹੁੰਦੇ ਨੇ ਉਹ ਵੀ ਬਹੁਤ ਜ਼ਿਆਦਾ ਸਹਾਈ ਹੁੰਦੇ ਨੇ ਇੱਕ ਬੱਚੇ ਨੂੰ ਕਿਸੇ ਵੀ ਚੀਜ਼ ਨੂੰ ਸਿਖਾਉਣ ਦੇ ਵਾਸਤੇ, ਪ੍ਰੇਰਨਾ ਦਿੰਦੇ ਨੇ। ਸੋ ਮਾਪਿਆਂ ਦੇ ਨਾਲ ਅਧਿਆਪਕਾਂ ਦਾ ਕਿੰਨਾ ਕੁ ਰੋਲ ਹੈ, ਕਿੰਨਾ ਕੁ ਜ਼ਿਆਦਾ ਰੋਲ ਹੈ ਸਾਹਿਤ ਦੇ ਨਾਲ ਜੋੜਨ ਦੇ ਵਿੱਚ? ਸਾਹਿਤ ਦਾ ਹੀ ਸਭ ਤੋਂ ਵੱਧ ਯੋਗਦਾਨ ਸ਼ੁਰੂ ਹੁੰਦਾ ਗਾ ਸਕੂਲਾਂ ਤੋਂ। ਜੀ। ਜਦੋਂ ਬੱਚੇ ਸਕੂਲ ਦੇ ਵਿੱਚ ਐਂਟਰ ਕਰਦੇ ਆ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਆ ਕਿ ਉਹਨਾਂ ਦਾ ਹਰ ਰੋਜ਼ 1-2 ਪੀਰੀਅਡ ਉਹਨਾਂ ਦੇ ਲਾਇਬ੍ਰੇਰੀ ਨਾਲ ਸੰਬੰਧਿਤ ਹੋਣੇ ਚਾਹੀਦੇ ਨੇ। ਸੋ ਅਧਿਆਪਕ ਦਾ ਸਭ ਤੋਂ ਵੱਧ ਯੋਗਦਾਨ ਬਣ ਜਾਂਦਾ। ਅਧਿਆਪਕ ਕਿਸ ਤਰ੍ਹਾਂ ਯੋਗਦਾਨ ਪਾ ਸਕਦਾ? ਉਹ ਬੱਚਿਆਂ ਨੂੰ ਬਾਲ ਸਾਹਿਤ ਦੀਆਂ ਕਿਤਾਬਾਂ ਦੇ ਸਕਦਾ ਗਾ। ਜੇਕਰ ਉਹ ਇਸ ਤਰ੍ਹਾਂ ਉਹਨਾਂ ਨੂੰ ਕਿਤਾਬਾਂ ਲਿਆ ਕੇ ਦੇਣਗੇ, ਬੱਚੇ ਉਹਨਾਂ ਨਾਲ ਜੁੜਨਗੇ। ਸਭ ਤੋਂ ਪਹਿਲਾਂ ਅਧਿਆਪਕ, ਜਿਸ ਤਰ੍ਹਾਂ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਬੱਚੇ ਨੇ, ਉਹ ਉਹਨਾਂ ਬੱਚਿਆਂ ਨੂੰ ਲਿਟਰੇਚਰ ਵੱਲ ਜੋੜਨ ਲਈ ਉਹਨਾਂ ਨੂੰ ਕੋਈ ਵੀ ਆਪਣੀ ਟੌਪਿਕ ਦੇ ਸਕਦਾ ਗਾ। ਕੋਈ ਵੀ ਇੱਕ ਅੱਛਾ ਟੌਪਿਕ ਦੇਵੇ ਤਾਂ ਉਹ ਕਹਿ ਸਕਦਾ ਜੀ ਬੱਚਿਓ ਤੁਸੀਂ ਇਸ ਦੇ ਉੱਤੇ ਲਿਖੋ। ਤਾਂ ਬੱਚੇ ਜਦੋਂ ਆਪਣੇ ਵੱਲੋਂ ਆਪਣੇ ਸ਼ਬਦਾਂ ਦੇ ਵਿੱਚ ਆਪਣੇ ਭਾਵਾਂ ਨੂੰ ਪ੍ਰਗਟ ਕਰਨਗੇ ਤਾਂ ਬਿਨਾਂ ਸ਼ੱਕ ਇੱਕ ਬਿਹਤਰ ਲੇਖਕ ਵੀ ਬਣਨਗੇ ਤੇ ਉਹਨਾਂ ਦੀ ਮਾਨਸਿਕ ਤੌਰ ਤੇ ਸਮਝ ਹੋਰ ਵਧੇਰੇ ਪੀੜ੍ਹੀ ਹੋਵੇਗੀ। ਜੀ। ਅੱਛਾ, ਗੱਲ ਕਰਦੇ ਹਾਂ ਅਸੀਂ ਇੰਟਰਨੈਟ ਦੀ। ਤੁਸੀਂ ਵੀ ਹੁਣ ਜ਼ਿਕਰ ਕੀਤਾ ਕਿ ਇੰਟਰਨੈਟ ਦਾ ਜ਼ਮਾਨਾ ਹੈ, ਔਰ ਇਸ ਇੰਟਰਨੈਟ ਦੇ ਜ਼ਮਾਨੇ ਦੇ ਵਿੱਚ ਤੁਸੀਂ ਕਿਸੇ ਵੀ ਚੀਜ਼ ਨੂੰ ਪਾਉਣਾ ਹੋਵੇ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਤੁਸੀਂ ਪਾ ਸਕਦੇ ਹੋ। ਇੰਟਰਨੈਟ ਦੇ ਰਾਹੀਂ ਅਸੀਂ ਨੌਜਵਾਨ ਪੀੜ੍ਹੀ ਨੂੰ ਕਿਵੇਂ ਜੋੜ ਸਕਦੇ ਹਾਂ ਸਾਹਿਤ ਦੇ ਨਾਲ? ਇੰਟਰਨੈਟ ਹੀ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਇਹ ਸਾਡੇ ਲਈ ਬਹੁਤ ਵੱਡਾ ਵਰਦਾਨ ਵੀ ਆ ਤੇ ਸਾਡੇ ਲਈ ਇੱਕ ਸ਼ਰਾਬ ਵੀ ਆ। ਜੀ। ਇਹਦੇ ਸਭ ਤੋਂ ਪਹਿਲਾਂ ਮੈਂ ਇਹਦੇ ਪਹਿਲੇ ਪੱਖ ਦੀ ਗੱਲ ਕਰਾਂਗਾ ਵੀ ਇਹ ਕਿਸ ਤਰ੍ਹਾਂ ਸਾਨੂੰ ਮਨੁੱਖ ਨੂੰ ਜਾਂ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਵਿਖੰਡਿਤ ਕਰ ਰਿਹਾ ਹੈਗਾ। ਇਸ ਦਾ ਇੱਕ ਕਾਰਨ ਇਹ ਆ ਕਿ ਇੰਟਰਨੈਟ ਦੇ ਉੱਤੇ ਬਹੁਤ ਸਾਰੀ ਸਮੱਗਰੀ ਉਪਲਬਧ ਆ। ਜੀ। ਉਹਦੇ ਵਿੱਚੋਂ ਕਈ ਸਮੱਗਰੀ ਇਸ ਤਰ੍ਹਾਂ ਦੀ ਆ ਜਿਸ ਉੱਤੇ ਨੌਜਵਾਨਾਂ ਨੂੰ ਖਿੱਚਣ ਲਈ ਵਿਸ਼ੇਸ਼ ਤਰ੍ਹਾਂ ਦੇ ਪਲੇਟਫਾਰਮ ਚਲਾਏ ਜਾਂਦੇ ਨੇ। ਪਰ ਕਿਤਾਬਾਂ ਨਾਲ ਸੰਬੰਧਿਤ ਇਸ ਤਰ੍ਹਾਂ ਦਾ ਕੋਈ ਵੀ ਮੁੱਦਾ ਜਾਂ ਇਸ ਤਰ੍ਹਾਂ ਨਾਲ ਸੰਬੰਧਿਤ ਕੋਈ ਵੀ ਮੁਹਿੰਮ ਨਹੀਂ ਚਲਾਈ ਜਾ ਰਹੀ ਵੀ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਇੰਟਰਨੈਟ ਤੇ ਉਪਲਬਧ ਸਮੱਗਰੀ ਬਾਰੇ ਜਾਣਕਾਰੀ ਦਿੱਤੀ ਜਾਵੇ। ਸੋ ਉਸ ਇੰਟਰਨੈਟ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਨੇ। ਤੁਸੀਂ ਦੇਖੋ ਵੀ ਹਜ਼ਾਰਾਂ ਕਿਤਾਬਾਂ ਅਸੀਂ ਇੱਕ ਕਲਿੱਕ ਤੇ ਖੋਲ ਸਕਦੇ ਹਾਂ। ਸੋ ਇੱਥੇ ਇਹ ਜ਼ਰੂਰੀ ਆ ਕਿ ਉਹਨਾਂ ਨੂੰ ਇੰਟਰਨੈਟ ਤੇ ਉਪਲਬਧ ਸਮੱਗਰੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਦੂਜੀ ਗੱਲ, ਅਸੀਂ ਇੰਟਰਨੈਟ ਦੀ ਇੱਕ ਪੋਜ਼ਿਟਿਵ ਪੱਖ ਦੀ ਇਹ ਗੱਲ ਕਰਾਂਗੇ, ਜਿਸ ਤਰ੍ਹਾਂ ਈ-ਬੁੱਕ ਆ, PDF ਫਾਈਲਸ ਨੇ, ਇਹ ਬੱਚਿਆਂ ਜੋ ਇਨਸਾਨ ਆਰਥਿਕ ਪੱਖ ਤੋਂ ਕਿਤਾਬਾਂ ਨਹੀਂ ਖਰੀਦ ਸਕਦਾ ਉਸ ਲਈ ਤਾਂ ਇੱਕ ਬਹੁਤ ਹੀ ਵਰਦਾਨ ਸਾਬਤ ਹੋ ਰਿਹਾ ਹੈਗਾ। ਕਿ ਕੋਈ ਵੀ ਕਿਤਾਬ ਤੁਸੀਂ ਦੇਖੋਗੇ ਕਿ ਜਿਹੜੀ ਕਿਤਾਬ ਦੀ ਕੀਮਤ ਬਾਜ਼ਾਰ ਦੇ ਵਿੱਚ 2000-2500 ਆ, ਉਸ ਨੂੰ ਬਿਲਕੁਲ ਨਾਮਾਤਰ ਕੀਮਤ ਤੇ ਇੰਟਰਨੈਟ ਤੇ ਉਪਲਬਧ ਹੋ ਜਾਂਦੀ ਆ। ਸੋ ਅਸੀਂ ਜਿਹੜੀਆਂ ਕਿਤਾਬਾਂ ਤੱਕ ਪਹੁੰਚ ਨਹੀਂ ਕਰ ਪਾਉਂਦੇ ਆਰਥਿਕ ਜਾਂ ਹੋਰ ਕਈ ਸਮੱਸਿਆਵਾਂ ਕਾਰਨ, ਇੰਟਰਨੈਟ ਨੇ ਸਾਡੀ ਉਹ ਪਹੁੰਚ ਬਹੁਤ ਸੁਖਾਲੀ ਬਣਾ ਦਿੱਤੀ ਆ। ਸੋ ਇਸ ਤਰ੍ਹਾਂ ਇੰਟਰਨੈਟ ਇੱਕ ਅੱਜ ਦੀ ਨੌਜਵਾਨ ਪੀੜ੍ਹੀ ਲਈ ਤਾਂ ਬਹੁਤ ਹੀ ਢੁਕਵਾਂ ਪਲੇਟਫਾਰਮ ਆ ਜੇਕਰ ਉਹ ਲਿਟਰੇਚਰ ਨਾਲ ਜੁੜਨਾ ਚਾਹੁੰਦੇ ਨੇ। ਬਿਲਕੁਲ ਜੀ। ਔਰ ਇਹ ਤੁਹਾਨੂੰ ਮੈਂ ਇੱਥੇ ਵੀ ਦੱਸ ਦਿੰਦੀ ਹਾਂ ਕਿ ਮੈਨੂੰ ਪਿੱਛੇ ਜੇ ਲੂਣਾ ਚਾਹੀਦੀ ਸੀਗੀ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ, ਖੈਰ ਮੇਰੇ ਕੋਲ ਸੀ ਪਹਿਲਾਂ, ਉਹ ਲੱਭੀ ਨਹੀਂ, ਔਰ ਮੈਨੂੰ ਕਿਸੇ ਨੇ ਕਿਹਾ ਕਿ ਉਹ ਇੰਟਰਨੈਟ ਤੋਂ ਮਿਲ ਜਾਏਗੀ, ਔਰ ਵਾਕਈ ਸਹੀ ਗੱਲ ਹੈ ਕਿ ਉਹ ਇੰਟਰਨੈਟ ਦੇ ਉੱਤੇ ਸੀਗੀ। ਤੇ ਕਿਸੇ ਵੀ ਕਿਤਾਬ ਨੂੰ ਪਾਉਣ ਦੇ ਵਾਸਤੇ, ਲੈਣ ਦੇ ਵਾਸਤੇ ਇੰਟਰਨੈਟ ਦਾ ਸਹਾਰਾ ਲੈਣਾ ਬਹੁਤ ਚੰਗੀ ਗੱਲ ਹੈ, ਬਹੁਤ ਵਧੀਆ ਹੈ। ਅੱਜ ਕੱਲ੍ਹ ਦੇ ਨੌਜਵਾਨ ਪੀੜ੍ਹੀ ਇਸ ਚੀਜ਼ ਨੂੰ ਵੀ ਲੈ ਸਕਦੀ ਹੈ ਜੇਕਰ ਉਹ ਚਾਹਵੇ ਤਾਂ ਥੋੜ੍ਹੇ ਪੈਸਿਆਂ ਦੇ ਵਿੱਚ ਜਿਹੜਾ ਵਾ ਉਹ ਕਿਤਾਬਾਂ ਈ-ਬੁੱਕ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਜਾਂ ਛੋਟੀਆਂ ਕਿਤਾਬਾਂ PDF ਫਾਈਲ ਜਿਹੜੀ ਉਹ ਮਿਲ ਸਕਦੀ ਹੈ। ਸੋ ਯਾਦਵਿੰਦਰ ਜੀ, ਹੁਣ ਅਸੀਂ ਗੱਲ ਕਰਾਂਗੇ ਕਿ ਕਹਿੰਦੇ ਨੇ ਕਿ ਸਾਹਿਤਕਾਰ ਜਿਹੜਾ ਨਾ ਉਹ ਜਨਮ ਤੋਂ ਪੈਦਾ ਨਹੀਂ ਹੁੰਦਾ, ਉਹ ਬਣਦਾ, ਬਣਾਇਆ ਜਾਂਦਾ। ਸੋ ਤੁਹਾਡੀ ਜੇਕਰ ਅਸੀਂ ਗੱਲ ਕਰੀਏ ਤਾਂ ਤੁਸੀਂ ਪਾਠਕ ਤੋਂ ਸਾਹਿਤਕਾਰ ਕਿਵੇਂ ਬਣੇ? ਹਾਂਜੀ, ਸਭ ਤੋਂ ਪਹਿਲਾਂ ਤਾਂ ਵੀ ਸਾਹਿਤਕਾਰ ਕਿਸ ਤਰ੍ਹਾਂ ਬਣਦਾ ਜਾਂ ਪੈਦਾ ਹੁੰਦਾ ਗਾ। ਸਾਹਿਤ ਦੇ ਵਿੱਚ ਨਾ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਆ
ਤੁਹਾਡੀ ਸੰਵੇਦਨਸ਼ੀਲਤਾ। ਜੀ। ਜਿਸ ਇਨਸਾਨ ਦੇ ਵਿੱਚ ਜਿੰਨੀ ਜ਼ਿਆਦਾ ਸੰਵੇਦਨਸ਼ੀਲਤਾ ਹੋਊਗੀ ਉਸਦੇ ਓਨੇ ਜ਼ਿਆਦਾ ਬਿਹਤਰ ਚਾਂਸ ਨੇ ਕਿ ਉਹ ਬਿਹਤਰ ਲੇਖਕ ਬਣ ਸਕਦਾ ਗਾ। ਜੀ। ਸੋ ਜਿਸ ਤਰ੍ਹਾਂ ਮੇਰਾ ਸੰਬੰਧ ਆ ਕਿ ਮੈਂ ਇਸ ਪਾਸੇ ਕਿਵੇਂ ਆਇਆ, ਸੋ ਇਸ ਤਰ੍ਹਾਂ ਗਾ ਹੀ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਕਿ ਸਾਡੇ ਅਧਿਆਪਕਾਂ ਦਾ, ਨੌਜਵਾਨਾਂ ਦਾ, ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਲਿਟਰੇਚਰ ਵੱਲ ਲਿਜਾਣ ਲਈ ਬਹੁਤ ਵੱਡਾ ਯੋਗਦਾਨ ਹੁੰਦਾ ਗਾ। ਸੋ ਮੈਂ ਵੀ ਜਦ ਰਜਿੰਦਰਾ ਕਾਲਜ ਬਠਿੰਡਾ ਦੇ ਵਿੱਚ ਆਪਣੀ ਪੜ੍ਹਾਈ ਕਰ ਰਿਹਾ ਸੀ ਤਾਂ ਉਸ ਸਮੇਂ ਦੌਰਾਨ ਸਾਡੇ ਲਾਇਬ੍ਰੇਰੀਅਨ ਸਰ ਸੀਗੇ ਜੋ, ਉਹਨਾਂ ਨੇ ਮੈਨੂੰ, ਜਦੋਂ ਮੈਂ ਉਹਨਾਂ ਕੋਲ ਪਹਿਲੀ ਵਾਰ ਗਿਆ ਕਿ ਮੈਂ ਕੁਝ ਪੜ੍ਹਨਾ ਹੈਗਾ, ਤਾਂ ਉਹਨਾਂ ਨੇ ਮੈਨੂੰ ਕਿਤਾਬਾਂ ਮੁਹੱਈਆ ਕਰਵਾਈਆਂ ਤੇ ਉਹਨਾਂ ਨੇ ਉਹ ਕਿਤਾਬਾਂ ਮੁਹੱਈਆ ਕਰਵਾਈਆਂ ਜੋ ਉਸ ਸਮੇਂ ਮੇਰੀ ਉਮਰ ਦੇ ਮੁਤਾਬਕ ਮੇਰੀ ਸਮਝ ਦੇ ਵਿੱਚ ਆ ਸਕਦੀਆਂ ਸੀ। ਸੋ ਇੱਥੇ ਮੈਂ ਇੱਕ ਵਾਰ ਫੇਰ ਕਹਿਣਾ ਚਾਹਾਂਗਾ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਕਿਤਾਬਾਂ ਦਿੱਤੀਆਂ ਜਾ ਰਹੀਆਂ ਨੇ। ਮੰਨ ਲਓ ਜੇ ਉਹ ਮੈਨੂੰ ਉਸ ਸਮੇਂ ਅਜਿਹੀਆਂ ਕਿਤਾਬਾਂ ਦੇ ਦਿੰਦੇ ਜੋ ਮੇਰੀ ਸਮਝ ਦੇ ਮੁਤਾਬਕ ਨਾ ਹੁੰਦੀਆਂ ਤਾਂ ਹੋ ਸਕਦਾ ਵੀ ਅੱਜ ਮੈਂ ਇੱਥੋਂ ਤੱਕ ਨਾ ਪਹੁੰਚ ਪਾਉਂਦਾ, ਪਰ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਸੀ। ਉਹਨਾਂ ਨੇ ਮੈਨੂੰ ਉਹ ਕਿਤਾਬਾਂ ਦਿੱਤੀਆਂ ਜਿਨ੍ਹਾਂ ਨੂੰ ਮੈਂ ਪੜ੍ਹਿਆ ਤੇ ਫਿਰ ਮੇਰਾ ਲਿਟਰੇਚਰ ਨਾਲ ਇੱਕ ਗੂੜਾ ਰਿਸ਼ਤਾ ਸਥਾਪਿਤ ਹੁੰਦਾ ਰਿਹਾ। ਯਾਰਵਿੰਦਰ ਜੀ, ਕਹਿੰਦੇ ਨੇ ਸਾਹਿਤਕ ਮੁਕਾਬਲੇ ਜਿਹੜੇ ਆ ਨਾ, ਅਕਸਰ ਅਸੀਂ ਦੇਖਦੇ ਹਾਂ ਕਿ ਸਕੂਲਾਂ ਕਾਲਜਾਂ ਦੇ ਵਿੱਚ ਕਰਾਏ ਜਾਂਦੇ ਨੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦੇ ਵਾਸਤੇ। ਸੋ ਕਿੰਨੇ ਕੁ ਸਹਾਈ ਨੇ ਇਹ ਸਾਡੇ ਵਾਸਤੇ? ਇੱਥੇ ਹੀ ਉਹੀ ਗੱਲ ਆਉਂਦੀ ਹੈ ਜੋ ਆਪਾਂ ਪਹਿਲਾਂ ਕਰੀ ਆ ਕਿ ਲਿਟਰੇਚਰ ਦਾ ਮਾਹੌਲ ਹੋਣਾ ਚਾਹੀਦਾ। ਪ੍ਰੇਰਨਾ ਤੋਂ ਜ਼ਿਆਦਾ ਮਾਹੌਲ। ਹੁਣ ਤੁਸੀਂ ਗੱਲ ਕੀਤੀ ਹੈ ਸਾਹਿਤਕ ਮੁਕਾਬਲਿਆਂ ਦੀ, ਜਦੋਂ ਸਾਹਿਤਕ ਮੁਕਾਬਲੇ ਹੋਣਗੇ ਤਾਂ ਇੱਕ ਬੱਚੇ ਨੂੰ ਮਾਹੌਲ ਮਿਲੇਗਾ। ਸਭ ਤੋਂ ਇਨਸਾਨ ਨੂੰ ਮਾਹੌਲ ਬਣਾਉਂਦਾ ਗਾ। ਜਦੋਂ ਮੰਨ ਲਓ ਸਕੂਲ ਦੇ ਵਿੱਚ ਸਾਹਿਤਕ ਮੁਕਾਬਲੇ ਕਰਵਾਏ ਜਾ ਰਹੇ ਨੇ, ਉਹ 'ਚ ਬੱਚੇ ਪਾਰਟੀਸਪੇਟ ਕਰ ਰਹੇ ਨੇ, 8 ਬੱਚੇ ਪਾਰਟੀਸਪੇਟ ਕਰ ਰਹੇ ਆ, ਉਹਨਾਂ ਨੂੰ ਟੌਪਿਕ ਦਿੱਤੇ ਗਏ ਆ, ਤਾਂ ਉਹ ਜਦੋਂ ਉਸਦੀ ਤਿਆਰੀ ਕਰਨਗੇ ਤਾਂ ਉਹ ਕਿਤਾਬਾਂ ਨਾਲ ਜ਼ਰੂਰ ਜੁੜਨਗੇ, ਉਹਨਾਂ ਹੀ ਤਿਆਰੀ ਕਰਨਗੇ। ਸੋ ਸਾਹਿਤਕ ਮੁਕਾਬਲਿਆਂ ਦਾ ਬਹੁਤ ਹੀ ਜ਼ਿਆਦਾ ਯੋਗਦਾਨ ਆ ਤੇ ਸਾਹਿਤ ਸਾਡੀ ਸ਼ਖਸੀਅਤ ਨੂੰ ਉਸਾਰਦਾ ਗਾ, ਬਣਾਉਂਦਾ ਗਾ, ਸਾਡੀ ਸਮਝ ਨੂੰ ਬਰੀਕ ਕਰਦਾ ਗਾ। ਸੋ ਸਾਹਿਤਕ ਮੁਕਾਬਲੇ ਜੇਕਰ ਵਧੀਆ ਲੈਵਲ ਤੇ ਕਰਵਾਏ ਜਾਣ ਸਕੂਲਾਂ ਕਾਲਜਾਂ ਦੇ ਵਿੱਚ, ਇਹਨਾਂ ਨੂੰ ਇੱਕ ਕੰਟੀਨਿਊਟੀ ਦੇ ਵਿੱਚ ਚਲਾਇਆ ਜਾਵੇ ਤਾਂ ਬਿਨਾਂ ਸ਼ੱਕ ਬਿਹਤਰ ਲੇਖਕ, ਬਿਹਤਰ ਇਨਸਾਨ ਪੈਦਾ ਕੀਤੇ ਜਾ ਸਕਦੇ ਜੀ। ਔਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਤਕਰੀਬਨ ਹੁਣ ਜੇ ਗੱਲ ਕਰੀਏ ਸਾਰੇ ਸ਼ਹਿਰਾਂ ਦੇ ਵਿੱਚ ਸਾਹਿਤਕ ਸਭਾਵਾਂ ਜਾਂ ਇਸ ਤੋਂ ਇਲਾਵਾ ਲਿਖਾਰੀ ਸਭਾਵਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਾਹਿਤਕਾਰਾਂ ਨੂੰ ਹੋਰ ਵੀ ਪ੍ਰਫੁੱਲਿਤ ਕਰਦੀਆਂ ਨੇ ਜਾਂ ਹੋਰ ਵੀ ਉਜਾਗਰ ਕਰਦੇ ਨੇ ਉਹਨਾਂ ਦੇ ਮਨ ਦੇ ਭਾਵਾਂ ਨੂੰ। ਸੋ ਇਹ ਸਾਹਿਤਕ ਸਭਾਵਾਂ ਜਿਹੜੀਆਂ ਨੇ, ਜਾਂ ਇਹ ਕਹਿ ਲਓ ਕਿ ਸਾਹਿਤਕ ਲਿਖਾਰੀ ਸਭਾਵਾਂ, ਇਹ ਕਿੰਨਾ ਕੁ ਜ਼ਿਆਦਾ ਆਪਣਾ ਰੋਲ ਅਦਾ ਕਰਦੀਆਂ ਪਈਆਂ ਨੇ ਅੱਜ ਦੇ ਯੁੱਗ ਦੇ ਵਿੱਚ ਇੱਕ ਨੌਜਵਾਨ ਪੀੜ੍ਹੀ ਨੂੰ ਸਾਹਿਤ ਦੇ ਨਾਲ ਜੋੜਨ ਦੇ ਵਾਸਤੇ? ਇਹਦੇ ਵੀ ਜਿਸ ਤਰ੍ਹਾਂ ਜੇ ਮੈਂ ਆਪਣੇ ਤੋਂ ਹੀ ਇਹ ਗੱਲ ਸ਼ੁਰੂ ਕਰਾਈ ਤਾਂ ਮੇਰੇ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਸਾਹਿਤ ਬਾਰੇ ਮੇਰਾ ਵਾਹ ਵਾਸਤਾ ਹੋਇਆ ਤਾਂ ਸਾਡੇ ਬਠਿੰਡਾ ਦੇ ਵਿੱਚ ਜਿਹੜੀ ਸਾਹਿਤ ਸਭਾ ਦਾ ਪ੍ਰੋਗਰਾਮ ਸੀ ਤਾਂ ਮੈਂ ਪਹਿਲੀ ਵਾਰ ਉੱਥੇ ਗਿਆ। ਉੱਥੇ ਗੱਲਾਂ ਸੁਣੀਆਂ, ਮੁੱਖ ਬੁਲਾਰੇ ਪਹੁੰਚੇ ਹੋਏ ਸੀ ਉੱਥੇ, ਉਹਨਾਂ ਦੀਆਂ ਗੱਲਾਂ ਸੁਣ ਕੇ ਉੱਥੋਂ ਦੇ ਮਾਹੌਲ ਦੇ ਵਿੱਚ ਮੈਨੂੰ ਇੰਨਾ ਚੰਗਾ ਲੱਗਿਆ ਕਿ ਉਸ ਤੋਂ ਬਾਅਦ ਮੈਂ ਉਸਦਾ ਹਰ ਮਹੀਨੇ ਉਸਦਾ ਹਿੱਸਾ ਬਣਨਾ ਸ਼ੁਰੂ ਕੀਤਾ। ਹਿੱਸਾ ਬਣਦੇ ਮੈਂ ਕਿਤਾਬਾਂ ਤੱਕ ਪਹੁੰਚ ਕੀਤੀ। ਸੋ ਸਾਹਿਤ ਸਭਾਵਾਂ ਜੇਕਰ ਆਪਣੇ ਪੋਜ਼ਿਟਿਵ ਰੋਲ ਨਿਭਾਉਂਦੀਆਂ ਨੇ ਤਾਂ ਬਿਨਾਂ ਸ਼ੱਕ ਬਹੁਤ ਵਧੀਆ ਰੋਲ ਪਲੇ ਕਰ ਸਕਦੀਆਂ ਨੇ ਸਾਹਿਤ ਦੀ ਦੁਨੀਆ ਦੇ ਵਿੱਚ। ਬੱਚਿਆਂ ਦੀ ਭਵਿੱਖ ਦੇ ਨਜ਼ਰੀਏ ਤੋਂ, ਲੇਖਕਾਂ ਦੇ ਭਵਿੱਖ ਦੇ ਨਜ਼ਰੀਏ ਤੋਂ ਉਹਨਾਂ ਨੂੰ ਬਹੁਤ ਬਿਹਤਰ ਮੰਚ ਪ੍ਰਦਾਨ ਕਰ ਸਕਦੀਆਂ ਨੇ। ਜੀ ਯਾਰਵਿੰਦਰ, ਤੁਸੀਂ ਖੁਦ ਇੱਕ ਨੌਜਵਾਨ ਹੋ, ਹੈ ਨਾ? ਤੁਹਾਡੀ ਉਮਰ ਵੀ ਬਹੁਤ ਜ਼ਿਆਦਾ ਨਹੀਂ ਲੱਗਦੀ, 28-29 ਸਾਲ ਦੀ ਹੋਵੇਗੀ। ਜਦੋਂ ਅਸੀਂ ਗੱਲ ਕਰਦੇ ਹਾਂ ਨਾ ਨੌਜਵਾਨ ਪੀੜ੍ਹੀ ਦੀ, ਜਦੋਂ ਬੱਚੇ 10ਵੀਂ 12ਵੀਂ ਕਰਦੇ ਨੇ ਤਾਂ ਉਸ ਤੋਂ ਬਾਅਦ ਇੱਕ ਬੁਰਾ ਪੱਖ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਨਸ਼ਿਆਂ ਵੱਲ ਵੀ ਮੁੜ ਜਾਂਦੇ ਨੇ। ਉਹਦੇ ਨਾਲ ਸਿਰਫ ਉਹੀ ਨਹੀਂ, ਉਹਨਾਂ ਦੀ ਹਰਾਸਮੈਂਟ ਨਹੀਂ ਹੁੰਦੀ, ਸਿਰਫ ਉਹੀ ਨਹੀਂ ਸਫਰ ਕਰਦੇ, ਬਲਕਿ ਪਰਿਵਾਰ ਜਿਹੜਾ ਉਹ ਜ਼ਿਆਦਾ ਜੁੜਿਆ ਹੁੰਦਾ ਉਸ ਚੀਜ਼ ਦੇ ਨਾਲ, ਔਰ ਦੁਖੀ ਉਹ ਜ਼ਿਆਦਾ ਹੁੰਦੇ ਨੇ। ਸੋ ਆਪਣੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਹਟਾਉਣ ਦੇ ਵਾਸਤੇ ਸਾਹਿਤ ਕਿੰਨਾ ਕੁ ਵੱਡਾ ਰੋਲ ਅਦਾ ਕਰਦਾ ਪਿਆ? ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਕੁ ਮੇਰਾ ਅਨੁਭਵ ਆ ਉਸ ਦੇ ਆਧਾਰ ਤੇ ਮੈਂ ਕਹਿ ਸਕਦਾ ਗਾ ਵੀ ਸਾਹਿਤ ਦਾ ਬਹੁਤ ਜ਼ਿਆਦਾ ਯੋਗਦਾਨ ਆ। ਮੈਂ ਪਰਸਨਲ ਤੌਰ ਤੇ ਬਹੁਤ ਸਾਰੇ ਅਜਿਹੇ ਇਨਸਾਨਾਂ ਨੂੰ ਜਾਣਦਾ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਚੇਂਜ ਲਿਆਂਦਾ ਗਾ ਸਾਹਿਤ ਨੇ। ਸਭ ਤੋਂ ਪਹਿਲਾਂ ਮੈਂ ਇੱਥੇ 2 ਕਿਤਾਬਾਂ ਦਾ ਵੀ ਜ਼ਿਕਰ ਕਰਨਾ ਚਾਹਾਂਗਾ, ਇੱਕ ਡਾਕੂਆਂ ਦਾ ਮੁੰਡਾ ਤੇ ਇੱਕ ਸ਼ਰਾਰਤੀ ਤੱਤ। ਇਹ 2 ਕਿਤਾਬਾਂ ਆਈਆਂ ਸੀ ਜੋ ਕਿ ਜਿਹੜੇ ਇਹਨਾਂ ਦੇ ਲੇਖਕ ਸੀ ਉਹ ਨਸ਼ਿਆਂ ਦੀ ਦਲਦਲ ਚੋਂ ਵਾਪਸ ਆਪਣੀ ਜ਼ਿੰਦਗੀ 'ਚ ਆਏ ਸੀ ਤੇ ਉਹਨਾਂ ਦੀ ਜ਼ਿੰਦਗੀ ਇੱਕ ਸਫਲ ਜ਼ਿੰਦਗੀ, ਹੋਰਾਂ ਲਈ ਚਾਨਣ ਮਨਾਰਾ ਬਣੀ। ਸੋ ਉਹ ਜਦੋਂ ਉਹਨਾਂ ਕਿਤਾਬਾਂ ਨੂੰ ਉਹ ਨੌਜਵਾਨ ਪੜ੍ਹਨਗੇ ਜਿਹੜੇ ਨਸ਼ਿਆਂ ਵਿੱਚ ਫਸੇ ਹੋਏ ਨੇ ਤਾਂ ਉਹਨਾਂ ਲਈ ਕੋਈ ਮਾਰਗਦਰਸ਼ਨ ਦਾ ਕੰਮ ਕਰੂਗੀ ਕਿ ਕਿਸ ਤਰ੍ਹਾਂ ਅਸੀਂ ਨਸ਼ਿਆਂ ਨੂੰ ਛੱਡ ਸਕਦੇ ਹਾਂ। ਇੱਥੇ ਮੈਂ ਇੱਕ
ਹੋਰ ਗੱਲ ਰੱਖਣੀ ਚਾਹਾਂਗਾ ਵੀ ਜੀ। ਸਾਡੇ ਸੋਸ਼ਲ ਇਸ਼ੂ, ਸਾਡੀਆਂ ਸਮਾਜਿਕ ਸਮੱਸਿਆਵਾਂ ਨੂੰ ਕਿਸ ਤਰ੍ਹਾਂ ਹੱਲ ਹੋ ਸਕਦੀਆਂ ਨੇ। ਜੀ। ਇਸ ਵਿੱਚ ਮੈਂ ਆਪਣੀ ਨਾਵਲ ਤੋਂ ਜਿਹੜਾ ਮੇਰਾ ਅਨੁਭਵ ਆ, ਮੇਰੇ ਨਾਵਲ ਦੇ ਵਿੱਚ ਆਨਰ ਕਿਲਿੰਗ ਦੇ ਬਾਰੇ ਇੱਕ ਇਸ਼ੂ ਸੀਗਾ ਜੀ। ਤੇ ਅਣਖ ਦੇ ਲਈ ਜੋ ਕਤਲ ਕੀਤਾ ਜਾਂਦਾ ਗਾ। ਸੋ ਉਹ ਨਾਵਲ ਨੂੰ ਪੜ੍ਹਨ ਤੋਂ ਬਾਅਦ ਇੱਕ ਪਾਠਕ ਨੇ ਮੈਨੂੰ ਫੋਨ ਕੀਤਾ ਤੇ ਉਸ ਦਾ ਮਤਲਬ ਵਿਆਹ ਦਾ ਆਪਸੀ ਉਹਨਾਂ ਦਾ ਜਾਤੀਗਤ ਵਿਆਹ ਦਾ ਮੁੱਦਾ ਚੱਲ ਰਿਹਾ ਸੀ। ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਨੇ ਜਦੋਂ ਇਹ ਨਾਵਲ ਨੂੰ ਪੜ੍ਹਿਆ, ਉਹਨਾਂ ਨੇ 4-5 ਮਹੀਨਿਆਂ ਦੇ ਵਿੱਚ ਉਹਨਾਂ ਦੇ ਇੰਨਾ ਜ਼ਿਆਦਾ ਅਸਰ ਹੋਇਆ ਕਿ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹ ਮੇਰੇ ਅੰਤਰਜਾਤੀ ਵਿਆਹ ਦੇ ਲਈ ਮੰਨ ਗਏ। ਸੋ ਇਹ ਲਿਟਰੇਚਰ ਦੀ ਭੂਮਿਕਾ ਗਈ। ਇਹ ਇੱਕ ਛੋਟੀ ਜਿਹੀ ਉਦਾਹਰਨ ਹੈ। ਲਿਟਰੇਚਰ ਦੀਆਂ ਬਹੁਤ ਵੱਡੀਆਂ ਉਦਾਹਰਨਾਂ ਨੇ ਜਿੱਥੇ ਸਾਹਿਤ ਸਾਡੀ ਜ਼ਿੰਦਗੀ ਨੂੰ ਸੇਧ ਦਿੰਦਾ ਤੇ ਜ਼ਿੰਦਗੀ ਜਿਨ੍ਹਾਂ ਦੀ ਪਟੜੀ ਤੋਂ ਲਹੀ ਹੋਈ ਆ ਉਹਨਾਂ ਨੂੰ ਵਾਪਸ ਟਰੈਕ ਤੇ ਲਿਆਉਂਦਾ ਤੇ ਜ਼ਿੰਦਗੀ ਦੇ ਵਿੱਚ ਸਫਲ ਕਰਦਾ ਗਾ। ਬਿਲਕੁਲ ਜੀ, ਤੁਸੀਂ ਗੱਲ ਕੀਤੀ ਆਪਣੇ ਨਾਵਲ ਦੀ। ਸੋ ਤੁਹਾਡੇ ਨਾਵਲ ਦੇ ਵਿੱਚ ਹੋਰ ਕਿਹੜੇ-ਕਿਹੜੇ ਮੁੱਦੇ ਨੇ? ਕਿਉਂਕਿ ਜਦੋਂ ਅਸੀਂ ਅਕਸਰ ਨਾਨਕ ਸਿੰਘ ਦਾ ਜ਼ਿਕਰ ਕਰਦੇ ਹਾਂ, ਜਸਵੰਤ ਸਿੰਘ ਕੰਵਲ ਦਾ ਜ਼ਿਕਰ ਕਰਦੇ ਹਾਂ, ਤੇ ਬਹੁਤ ਸਾਰੇ ਇਹੋ ਜਿਹੇ ਨਾਵਲ ਹੈ, ਚਿੱਟਾ ਲਹੂ ਹੈ, ਬਹੁਤ ਸਾਰੇ ਇਹੋ ਜਿਹੇ ਨਾਵਲ ਹੈ ਜਿਹੜੇ ਸਾਡੇ ਜ਼ਿਹਨ ਦੇ ਵਿੱਚ ਆ ਜਾਂਦੇ ਨੇ ਔਰ ਉਹਨਾਂ ਦੀਆਂ ਕਹਿੰਦੇ ਨੇ ਕਹਾਣੀਆਂ ਜਿਹੜੀਆਂ ਨਾ ਆਪਣੇ ਆਪ ਮੁਹਾਂਦਰੇ ਇੱਦਾਂ ਲੱਗਦਾ ਜਿਵੇਂ ਸਾਡੇ ਸਾਹਮਣੇ ਚੱਲਦੀਆਂ ਪਈਆਂ ਨੇ। ਸੋ ਤੁਹਾਡੇ ਨਾਵਲ ਦੇ ਵਿੱਚ ਕਿਹੜੇ-ਕਿਹੜੇ ਵਿਸ਼ਿਆਂ ਨੂੰ ਛੂਹਿਆ ਗਿਆ? ਮੇਰੇ ਨਾਵਲ ਦੇ ਵਿੱਚ ਹੀ ਮੁੱਖ ਤੌਰ ਤੇ ਜਿਸ ਤਰ੍ਹਾਂ ਮੈਂ ਆਪ ਨੌਜਵਾਨ ਸੀ ਤੇ ਮੈਂ ਉਹ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਖੁਦ ਦੇਖ ਰਿਹਾ ਸੀ। ਸਭ ਤੋਂ ਵੱਡੀ ਸਾਡੇ ਨੌਜਵਾਨਾਂ ਦੀ ਸਮੱਸਿਆ ਸੀ ਬੇਰੁਜ਼ਗਾਰੀ। ਜਿਹੜੇ ਮੇਰੇ ਨਾਵਲ ਦੇ ਵਿੱਚ ਮੁੱਖ ਪਾਤਰ ਸੀ ਉਹ ਪੇਂਡੂ ਸਮਾਜ ਦੇ ਵਿੱਚੋਂ ਉੱਠੇ ਹੋਏ ਪਾਤਰ ਸੀਗੇ ਜਿਨ੍ਹਾਂ ਦੀਆਂ ਸਮੱਸਿਆਵਾਂ ਸੀ ਬੇਰੁਜ਼ਗਾਰੀ, ਕਿਸਾਨੀ, ਅੰਤਰਜਾਤੀ ਵਿਆਹ ਦਾ ਮਸਲਾ। ਇਹ ਮਸਲੇ ਉਹਨਾਂ ਦੇ ਮੁੱਖ ਸੀ। ਤਾਂ ਮੇਰਾ ਜਿਹੜਾ ਮੰਤਵ ਸੀ ਉਹ ਇਹ ਸੀ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਜਾਵੇ ਤਾਂ ਜੋ ਸਾਡੇ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਪਤਾ ਚੱਲ ਸਕੇ ਤੇ ਮੈਂ ਇਹਨਾਂ ਨੂੰ ਉਜਾਗਰ ਕਰਨ ਦੇ ਨਾਲ ਨਾਲ ਇਹਨਾਂ ਦਾ ਹੱਲ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ, ਜਿਹਦੇ ਵਿੱਚ ਮੈਨੂੰ ਲੱਗਦਾ ਮੈਂ ਕਾਫੀ ਸਫਲ ਵੀ ਹੋਇਆ ਹਾਂ। ਜੀ, ਵੈਸੇ ਕਹਿੰਦੇ ਨੇ ਕਿ ਜਿਹੜਾ ਇਨਸਾਨ ਆਪ ਸਾਹਿਤ ਦੇ ਨਾਲ ਜੁੜ ਜਾਂਦਾ ਹੈ ਨਾ ਤੇ ਉਹਨੂੰ ਲੱਗਦਾ ਹੈ ਕਿ ਵਾਕਈ ਸਾਡਾ ਸਾਰਾ ਕੁਝ ਇਹਦੇ ਵਿੱਚ ਹੀ ਹੈ। ਜੋ ਸਿੱਖਣਾ ਹੈ, ਜੋ ਕਰਨਾ ਹੈ, ਸਾਹਿਤ ਸਾਨੂੰ ਇੰਨਾ ਕੁ ਜ਼ਿਆਦਾ ਅਮੀਰ ਬਣਾ ਦਿੰਦਾ ਨਾ ਦਿਲ ਤੋਂ, ਸ਼ਾਇਦ ਇਨਸਾਨ ਕਦੇ ਸੋਚ ਵੀ ਨਹੀਂ ਸਕਦਾ। ਸੋ ਯਾਦਵਿੰਦਰ ਜੀ, ਮੈਂ ਪੁੱਛਣਾ ਚਾਹਾਂਗੀ ਕਿ ਤੁਸੀਂ ਸਾਹਿਤ ਦੇ ਨਾਲ ਜੁੜ ਕੇ, ਕਿਉਂਕਿ ਕਹਿੰਦੇ ਨੇ ਜਿਹੜਾ ਬੰਦਾ ਆਪ ਸਾਹਿਤ ਨਾਲ ਜੁੜ ਜਾਂਦਾ ਉਹ ਬਾਕੀਆਂ ਨੂੰ ਵੀ ਪ੍ਰੇਰਨਾ ਦਿੰਦਾ, ਤੁਸੀਂ ਵੀ ਕੁਝ ਇਹੋ ਜਿਹਾ ਉਪਰਾਲਾ ਕਰ ਰਹੇ ਹੋ? ਹਾਂਜੀ ਬਿਲਕੁਲ। ਜਦੋਂ ਕੋਈ ਇਨਸਾਨ ਆਪ ਲਿਟਰੇਚਰ ਨਾਲ ਜੁੜਦਾ ਤਾਂ ਉਹ ਹੋਰਾਂ ਨੂੰ ਵੀ ਜੋੜਦਾ, ਬਿਨਾਂ ਸ਼ੱਕ ਉਹ ਜੋੜ ਲੈਂਦਾ। ਮੈਂ ਖੁਦ ਜਦੋਂ ਮੈਂ ਪਹਿਲੀ ਕਿਤਾਬ ਪੜ੍ਹੀ ਸੀ ਤਾਂ ਉਹ ਮੇਰੇ ਦੋਸਤ ਵੱਲੋਂ ਮੈਨੂੰ ਦਿੱਤੀ ਗਈ ਸੀ ਜੀ। ਤੇ ਇਸ ਤਰ੍ਹਾਂ ਕਾਫੀ ਸਾਰੀਆਂ, ਜਿਸ ਤਰ੍ਹਾਂ ਮੈਂ ਆਪਣੇ ਲੈਵਲ ਤੇ ਕੀ ਕਰਦਾ ਹੈਗਾ, ਜੋ ਦੋਸਤ ਪੜ੍ਹਨ ਵਾਲੇ ਹੈਗੇ ਨੇ ਜਾਂ ਮੇਰੇ ਆਸੇ-ਪਾਸੇ ਜਿਨ੍ਹਾਂ ਨਾਲ ਮੇਰਾ ਹਰ ਰੋਜ਼ ਮਿਲਣ ਦਾ, ਜਾਂ ਜੋ ਕੁਝ ਮੇਰੇ ਸਟੂਡੈਂਟ ਨੇ ਉਹ ਮੇਰੇ ਕੋਲ ਆਉਂਦੇ ਨੇ ਤਾਂ ਮੈਂ ਉਹਨਾਂ ਕੋਲ ਸਾਹਿਤ ਦੀਆਂ ਗੱਲਾਂ ਕਰਦਾ। ਇਸ ਤਰ੍ਹਾਂ ਨਹੀਂ ਹੈਗਾ ਵੀ ਉਹਨਾਂ ਨੂੰ ਮੈਂ ਸਿੱਧੇ ਤੌਰ ਤੇ ਕਿਤਾਬਾਂ ਦਿੰਦਾ ਵੀ ਤੁਸੀਂ ਨਾਵਲ ਪੜ੍ਹੋ ਜਾਂ ਕਹਾਣੀ ਪੜ੍ਹੋ। ਮੈਂ ਉਹਨਾਂ ਨਾਲ ਗੱਲਾਂ ਕਰਦਾ। ਉਹ ਜੋ ਗੱਲਾਂ ਕਰਦੇ ਆ ਤਾਂ ਉਹਨਾਂ ਦੇ ਅੰਦਰ ਕ੍ਰੋਸਟੀ ਪੈਦਾ ਹੁੰਦੀ ਆ ਵੀ ਕੀ ਕੀਤਾ ਜਾ ਸਕਦਾ। ਫਿਰ ਉਹ ਆਪ ਕਹਿੰਦੇ ਨੇ ਵੀ ਹਾਂਜੀ ਅਸੀਂ ਇਹ ਕਿਤਾਬਾਂ ਪੜ੍ਹਨੀਆਂ ਚਾਹੁੰਦੇ ਹਾਂ, ਸਾਨੂੰ ਦਿਓ। ਜਦੋਂ ਖੁਦ ਮੰਗਦੇ ਨੇ ਤਾਂ ਉਹਨਾਂ ਨੂੰ ਮੈਂ ਕਿਤਾਬਾਂ ਮੁਹੱਈਆ ਕਰਵਾਉਣਾਗਾ। ਸੋ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਕਿਉਂਕਿ ਜਦੋਂ ਕੋਈ ਹੋਰ ਕਿਤਾਬ ਪੜ੍ਹਦਾ ਗਾ ਤਾਂ ਫਿਰ ਉਸ ਬਾਰੇ ਗੱਲਾਂ ਬਾਤਾਂ ਹੁੰਦੀਆਂ ਨੇ। ਸੋ ਸਿੱਖਣ ਸਿਖਾਉਣ ਦਾ ਸਿਲਸਿਲਾ ਚੱਲਦਾ ਰਹਿੰਦਾ ਗਾ। ਬਿਲਕੁਲ। ਸੋ ਅਸੀਂ ਇਹ ਵੇਖਦੇ ਹਾਂ ਕਿ ਸਾਡੇ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਨੇ, ਜੇ ਤਾਂ ਅਸੀਂ ਸਰਕਾਰੀ ਸਕੂਲਾਂ ਦੀ ਗੱਲ ਕਰਦੇ ਹਾਂ ਤਾਂ ਬੱਚੇ ਜਿਹੜੇ ਨੇ ਪੰਜਾਬੀ ਤੋਂ ਸਿੱਖ ਕੇ ਬਹੁਤ ਕੁਝ ਅੱਗੇ ਹੋਰ ਵੀ ਸਿੱਖ ਲੈਂਦੇ ਨੇ। ਕਹਿੰਦੇ ਜਿਹੜੇ ਮਾਂ ਬੋਲੀ ਨੂੰ ਸਿੱਖਦਾ, ਮਾਂ ਬੋਲੀ ਨੂੰ ਪਿਆਰ ਕਰਦਾ ਔਰ ਮਾਂ ਬੋਲੀ ਨੂੰ ਸਿੱਖ ਕੇ ਕਹਿੰਦੇ ਨੇ ਬਾਕੀ ਭਾਸ਼ਾਵਾਂ ਨੂੰ ਜਲਦੀ ਸਿੱਖਿਆ ਜਾਂਦਾ। ਤੇ ਕੁਝ ਇਹੋ ਜਿਹੇ ਵੀ ਸਕੂਲ ਨੇ ਸਾਡੇ ਜਿਹੜੇ ਪ੍ਰਾਈਵੇਟ ਸਕੂਲ ਨੇ ਜਿਨ੍ਹਾਂ ਦੇ ਵਿੱਚ ਅੰਗਰੇਜ਼ੀ ਭਾਸ਼ਾ ਤੋਂ ਜਾਂ ਹਿੰਦੀ ਤੋਂ ਸ਼ੁਰੂਆਤ ਹੁੰਦੀ ਹੈ। ਖੈਰ ਅਸੀਂ ਭਾਸ਼ਾ ਜਿਹੜੀ ਹੈ ਨਾ ਉਹ ਕਦੇ ਵੀ ਕੋਈ ਬੁਰੀ ਨਹੀਂ ਹੁੰਦੀ। ਭਾਸ਼ਾ ਜਿਹੜੀ ਆਪਣੇ ਆਪ ਦੇ ਵਿੱਚ ਪੂਰਨ ਹੁੰਦੀ ਹੈ। ਸੋ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਸਾਡੇ ਜਿਹੜੇ ਬੱਚੇ ਹੈ ਜਿਹੜੇ ਪੰਜਾਬੀ ਤੋਂ ਜਿਹੜੇ ਬੇਮੁਖ ਹੋਏ ਪਏ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਪੰਜਾਬੀ ਭਾਸ਼ਾ ਤੁਹਾਨੂੰ ਲੱਗਦਾ ਕਿ ਇਹਨੂੰ ਸਿੱਖ ਕੇ ਅਸੀਂ ਉੱਚੀਆਂ ਉਪਲਬਧੀਆਂ ਤੇ ਉੱਚੇ ਮੁਕਾਮ ਤੇ ਪਹੁੰਚ ਸਕਦੇ ਹਾਂ? ਕਿਉਂਕਿ ਤੁਸੀਂ ਵੀ ਸਾਹਿਤ ਦੇ ਨਾਲ ਜੁੜੇ ਹੋ, ਪੰਜਾਬੀ ਭਾਸ਼ਾ ਦੇ ਕਰਕੇ ਹੀ ਜੁੜੇ ਹੋ। ਹਾਂਜੀ, ਇੱਥੇ ਨੇ ਸਭ ਤੋਂ ਪਹਿਲੀ ਗੱਲ ਇਹ ਆ ਵੀ ਕਿਹੜੀ ਭਾਸ਼ਾ ਤਰੱਕੀ ਕਰ ਰਹੀ ਆ ਜਾਂ ਨਹੀਂ ਕਰ ਰਹੀ, ਕਿਹੜੀ ਭਾਸ਼ਾ ਸਾਨੂੰ ਰੁਜ਼ਗਾਰ ਦੇ ਰਹੀ ਆ। ਇਹ ਸਾਡੀ ਸਮੱਸਿਆ ਹੈਗੀ ਕਿ ਹੁਣ ਜਿਸ ਤਰ੍ਹਾਂ ਦਾ ਇਹ ਇੰਟਰਨੈਟ ਦੀ ਦੁਨੀਆ ਦਾ ਯੁੱਗ ਆ ਜਾਂ ਜੋ ਇੱਕ ਸਾਰੀ ਦੁਨੀਆ ਗਲੋਬਲ ਪਿੰਡ ਰਾਹੀਂ ਇੱਕ ਦੂਜੇ ਨਾਲ ਜੁੜ ਰਹੀ ਆ, ਉਹ 'ਚ ਜਿਹੜੀ ਅੰਗਰੇਜ਼ੀ ਭਾਸ਼ਾ ਗਈ ਉਹ ਰੁਜ਼ਗਾਰ ਦੀ ਭਾਸ਼ਾ ਗਈ। ਸੋ ਇੱਥੇ ਸਾਨੂੰ ਜਿਸ ਤਰ੍ਹਾਂ ਚਾਈਨਾ ਦੇ ਵਿੱਚ ਆ ਉਹਨਾਂ ਨੇ ਆਪਣੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ। ਸੋ ਇੱਥੇ ਸਾਰੇ ਸਿਸਟਮ ਨੂੰ ਇਕਜੁੱਟ ਹੋ ਕੇ ਪੰਜਾਬੀ ਭਾਸ਼ਾ ਨੂੰ ਇਸ ਤਰੀਕੇ ਨਾਲ
ਲਾਗੂ ਕਰਨਾ ਚਾਹੀਦਾ ਤਾਂ ਕਿ ਰੁਜ਼ਗਾਰ ਦੀ ਭਾਸ਼ਾ ਬਣ ਸਕੇ। ਜਿੰਨਾ ਚਿਰ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਨਹੀਂ ਬਣੇਗੀ ਉਹਨਾਂ ਚਿਰ ਇਸ ਨਾਲ ਨਹੀਂ ਜੁੜ ਪਾਉਣਗੇ। ਸੋ ਇਹ ਹਰ ਕੋਈ ਜੁੜਨਾ ਚਾਹੁੰਦਾ, ਆਪਣੀ ਮਾਂ ਭਾਸ਼ਾ ਤੋਂ ਵੱਖ ਕੋਈ ਨਹੀਂ ਹੋਣਾ ਚਾਹੁੰਦਾ, ਪਰ ਉਸ ਨੂੰ ਜੋੜਨਾ ਸਿਸਟਮ ਨੇ ਹੁੰਦਾਗਾ। ਸੋ ਇਹ ਸਰਕਾਰਾਂ ਵੱਲੋਂ ਉਪਰਾਲੇ ਕੀਤੇ ਜਾਣੇ ਚਾਹੀਦੇ ਆ ਤੇ ਨੌਜਵਾਨਾਂ ਨੂੰ ਵੀ ਆਪਣੀ ਮਾਤ ਭਾਸ਼ਾ ਪ੍ਰਤੀ ਇੱਕ ਚੰਗਾ ਰਵੱਈਆ ਅਪਣਾਉਣਾ ਚਾਹੀਦਾ। ਇਹ ਸਾਨੂੰ ਵੀ ਨੀਵੇਂ ਦਰਜੇ ਦਾ ਨਹੀਂ ਫੀਲ ਕਰਨਾ ਚਾਹੀਦਾ। ਇਹ ਵੀ ਹੈ, ਜ਼ਰੂਰ ਹੈ ਕਿ ਸਾਡੇ ਕੁਝ ਨੌਜਵਾਨ ਪੰਜਾਬੀ ਨੂੰ ਲੈ ਕੇ ਨੀਵਾਂ ਦਰਜੇ ਦਾ ਫੀਲ ਕਰਦੇ ਨੇ। ਸੋ ਸਾਨੂੰ ਇਹ ਭਾਵਨਾ ਵੀ ਘਟਾਉਣੀ ਪਵੇਗੀ। ਸਾਹਿਤ ਅਕਾਦਮੀ ਅਵਾਰਡ ਜਿਹੜਾ ਤੁਹਾਨੂੰ ਮਿਲਿਆ ਹੈ ਉਹ ਤਾਂ ਮਿਲਿਆ ਹੁਣ, ਹੈ ਨਾ, ਕਿਉਂਕਿ ਤੁਸੀਂ ਇੱਕ ਨਾਵਲ ਰਚਿਆ ਹੈ, ਪਰ ਉਹਦੇ ਨਾਲ ਜੇਕਰ ਅਸੀਂ ਗੱਲ ਕਰੀਏ ਇੱਕੋ ਦਮ ਤਾਂ ਇਨਸਾਨ ਕਦੇ ਵੀ ਕੁਝ ਨਹੀਂ ਲਿਖ ਸਕਦਾ। ਯਕੀਨਨ ਉਸ ਤੋਂ ਪਹਿਲਾਂ ਵੀ ਕੁਝ ਨਾ ਕੁਝ ਤੁਸੀਂ ਰਚਿਆ ਹੋਵੇਗਾ, ਲਿਖਿਆ ਹੋਵੇਗਾ। ਬਚਪਨ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਸੀ ਜਾਂ ਫਿਰ ਮਤਲਬ ਹੁਣ ਇਸ ਉਮਰ ਦੇ ਵਿੱਚ ਆ ਕੇ ਲਿਖਣਾ ਸ਼ੁਰੂ ਕੀਤਾ? ਹਾਂਜੀ, ਜਿਸ ਤਰ੍ਹਾਂ ਕਿਹਾ ਜਾਂਦਾ ਗਾ ਵੀ ਹਰ ਇਨਸਾਨ ਸਭ ਤੋਂ ਪਹਿਲਾਂ ਪੋਇਟਰੀ ਤੋਂ ਲਿਖਣਾ ਸ਼ੁਰੂ ਕਰਦਾ ਗਾ। ਸੋ ਮੈਂ ਵੀ ਜਦੋਂ ਮੈਂ ਗ੍ਰੈਜੂਏਸ਼ਨ ਕਰਦਾ ਸੀ ਉਸ ਸਮੇਂ ਕਵਿਤਾ ਲਿਖਣੀ ਸ਼ੁਰੂ ਕੀਤੀ। ਕਵਿਤਾ ਲਿਖਦੇ ਮੈਂ ਆਪਣੇ ਇਸ ਤਰ੍ਹਾਂ ਲਿਟਰੇਚਰ ਨਾਵਲ ਲਿਖਣਾ ਸ਼ੁਰੂ ਕੀਤਾ, ਪਰ ਮੈਂ ਉਹਨਾਂ ਨੂੰ ਪਬਲਿਸ਼ ਦੇ ਰੂਪ ਚ ਕਦੇ ਨਹੀਂ ਛਪਵਾਇਆ ਹੈਗਾ। ਪਰ ਸ਼ੁਰੂਆਤ ਕਵਿਤਾ ਤੋਂ ਹੋਈ। ਕਵਿਤਾ ਤੋਂ ਬਾਅਦ ਅੱਜ ਇਸ ਤਰ੍ਹਾਂ ਸਭ ਤੋਂ ਵੱਡਾ ਸਾਡੇ ਕੋਲ ਪਲੇਟਫਾਰਮ ਹੈਗਾ ਫੇਸਬੁੱਕ। ਸੋ ਮੈਂ ਉਸ ਉੱਤੇ ਕੁਝ ਗਲਪੀ ਰਚਨਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਉਹ ਗਲਪੀ ਰਚਨਾਵਾਂ ਨੂੰ ਇੰਨਾ ਜ਼ਿਆਦਾ ਪਸੰਦ ਕੀਤਾ ਗਿਆ, ਉਹ ਕਾਫੀ ਸ਼ੇਅਰ ਹੋਣ ਲੱਗੀਆਂ। ਸੋ ਮੈਨੂੰ ਲੱਗਾ ਵੀ ਇੱਕ ਮੈਨੂੰ ਹੌਸਲਾ ਮਿਲਿਆ ਕਿ ਮੈਂ ਬਿਹਤਰ ਕਰ ਸਕਦਾਗਾ। ਜਦੋਂ ਉਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਣ ਲੱਗਾ, ਮੈਨੂੰ ਕਾਫੀ ਫੋਨ ਕਾਲ ਆਉਣ ਲੱਗੀਆਂ ਵੀ ਹਾਂ ਤੁਹਾਡੀ ਰਚਨਾ ਪੜ੍ਹੀ ਸੀ। ਫਿਰ ਮੈਂ ਨਾਵਲ ਲਿਖਣਾ ਸ਼ੁਰੂ ਕੀਤਾ। ਸੋ ਇਸ ਤਰ੍ਹਾਂ ਉਹ ਸੋਸ਼ਲ ਸਾਈਟਾਂ ਤੋਂ, ਤੇ ਉਹ ਸ਼ੁਰੂਆਤ ਕਵਿਤਾ ਤੋਂ ਹੋਈ ਤੇ ਸੋਸ਼ਲ ਸਾਈਟਾਂ ਦੇ ਰਾਹੀਂ ਹੁੰਦੇ ਹੋਏ ਮੈਂ ਨਾਵਲ ਲਿਖਿਆ ਤੇ ਉਸ ਤੋਂ ਬਾਅਦ ਇੱਥੋਂ ਤੱਕ ਪਹੁੰਚਿਆ। ਯਾਦਵਿੰਦਰ, ਕੋਈ ਰਚਨਾ ਤੁਸੀਂ ਸਾਨੂੰ ਸੁਣਾਉਣਾ ਚਾਹੋਗੇ ਆਪਣੀ ਲਿਖੀ ਹੋਈ? ਨਾ ਜੀ, ਬੇਸਿਕਲੀ ਹੁਣ ਨੋਵਲਿਸਟ ਹੋਣ ਕਰਕੇ ਮੈਂ ਕੋਈ ਸੁਣਾ ਤਾਂ ਨਹੀਂ ਪਾਵਾਂਗਾ। ਔਰ ਕੋਈ ਇਹੋ ਜਿਹਾ ਕਹਿੰਦੇ ਨੇ ਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਤੋਂ ਬੰਦਾ ਪ੍ਰਭਾਵਿਤ ਹੋ ਕੇ ਨਾ ਅੱਗੇ ਵਧਣ ਦੀ ਕੋਸ਼ਿਸ਼ ਕਰਦਾ। ਸੋ ਤੁਸੀਂ ਕਿਹੜੇ ਬੰਦੇ ਤੋਂ ਪ੍ਰਭਾਵਿਤ ਹੋਏ, ਕਿਹਦੇ ਤੋਂ ਇੰਸਪੀਰੇਸ਼ਨ ਮਿਲੀ ਤੁਹਾਨੂੰ, ਤੁਸੀਂ ਲਿਖਣਾ ਸ਼ੁਰੂ ਕੀਤਾ? ਸਭ ਤੋਂ ਪਹਿਲਾਂ ਤਾਂ ਮੈਂ ਪੜ੍ਹਾਈ, ਹੁਣ ਵੀ ਮੈਂ PhD ਕਰ ਰਿਹਾ ਗਾ ਪੰਜਾਬੀ ਵਿਸ਼ੇ ਦੇ ਵਿੱਚ। ਸੋ ਮੇਰਾ ਜਨੂਨ ਸੀਗਾ ਪੜ੍ਹਾਈ ਦੇ ਬਾਰੇ ਕਿ ਮੈਂ ਟੀਚਿੰਗ ਲਾਈਨ ਦੇ ਵਿੱਚ ਜਾਣਾ ਹੈਗਾ। ਸੋ ਜਦੋਂ ਮੈਂ ਲਿਟਰੇਚਰ ਨਾਲ ਜੁੜਿਆ ਤਾਂ ਜਦੋਂ ਮੈਂ ਸਭ ਤੋਂ ਪਹਿਲਾਂ ਮੇਰਾ ਵਾਹ ਵਾਸਤਾ ਪਿਆ ਸਾਡੇ ਪੰਜਾਬੀ ਦੇ ਨਾਵਲਕਾਰ ਗੁਰਦਿਆਲ ਸਿੰਘ ਜੀ ਨਾਲ ਤੇ ਜਸਵੰਤ ਸਿੰਘ ਕਮਲ ਜੀ ਨਾਲ। ਜਦੋਂ ਮੈਂ ਉਹਨਾਂ ਦੇ ਨਾਵਲ ਪੜ੍ਹੇ ਤਾਂ ਮਤਲਬ ਕਿ ਮੈਨੂੰ ਇਹ ਲੱਗਾ ਕਿ ਮੈਂ ਇੱਕ ਅਲੱਗ ਦੁਨੀਆ ਦੇ ਵਿੱਚ ਹੈਗਾ। ਮੈਨੂੰ ਹੋਰ ਆਪਣਾ ਇੰਨਾ ਲੱਗਾ ਵੀ ਹਾਂ ਇਹ ਤਾਂ ਮੇਰੀ ਹੀ ਕਹਾਣੀ ਆ, ਇਹ ਤਾਂ ਮੇਰੀ ਹੀ ਗੱਲ ਹੋ ਰਹੀ ਆ, ਇਹ ਇਸ ਤਰ੍ਹਾਂ ਨਾਲ ਤਾਂ ਮੇਰੇ ਜੀਵਨ ਦੇ ਵਿੱਚ ਹੋ ਰਿਹਾ ਹੈਗਾ। ਸੋ ਮੈਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਹ ਪੰਜਾਬੀ ਦੇ ਦੋ ਮਹਾਨ ਨਾਵਲਕਾਰਾਂ ਤੋਂ ਪ੍ਰਭਾਵਿਤ ਹੋਇਆ ਤੇ ਮੈਨੂੰ ਇਸ ਗੱਲ ਕਹਿਣ ਵਿੱਚ ਕੋਈ ਝਿਜਕ ਵੀ ਨਹੀਂ ਹੋਵੇਗੀ ਕਿ ਮੈਂ ਇਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਤੇ ਇਹਨਾਂ ਜੇ ਮੈਂ ਇਹਨਾਂ ਨੂੰ ਨਾ ਪੜ੍ਹਦਾ ਤਾਂ ਸ਼ਾਇਦ ਮੈਂ ਲਿਖ ਵੀ ਨਾ ਪਾਉਂਦਾ। ਵਾਕਈ ਜਸਵੰਤ ਸਿੰਘ ਕੰਵਲ ਜੀ ਦਾ ਲਿਖਿਆ ਹੋਇਆ ਪੂਰਨਮਾਸ਼ੀ ਤਾਂ ਮੈਨੂੰ ਅੱਜ ਵੀ ਯਾਦ ਹੈ। ਮੈਂ ਅਕਸਰ ਗੱਲ ਕਰਦੀ ਹਾਂ ਜਦੋਂ ਵੀ ਇਸ ਪਲੇਟਫਾਰਮ ਤੋਂ ਜਾਂ ਕਿਤੋਂ ਹੋਰੋਂ ਮੌਕਾ ਮਿਲਦਾ, ਕਿਉਂਕਿ ਉਸ ਦੇ ਵਿੱਚ ਇੰਜ ਜੁੜਿਆ ਜਾਂਦਾ, ਐਦਾਂ ਲੱਗਦਾ ਕਿ ਜਿਵੇਂ ਵਾਕਈ ਇਹ ਸਾਰਾ ਕੁਝ ਸਾਡੇ ਨਾਲ ਖੁਦ ਬੀਤ ਰਿਹਾ। ਔਰ ਪੇਂਡੂ ਕਿਰਸਾਨੀ ਦੇ ਬਾਰੇ, ਪਿਆਰ ਮੁਹੱਬਤ ਦੇ ਬਾਰੇ ਜਾਂ ਹੋਰ ਅਲੱਗ-ਅਲੱਗ ਵਿਸ਼ਿਆਂ ਦੇ ਬਾਰੇ ਉਸ ਦੇ ਵਿੱਚ ਲਿਖਿਆ ਹੋਇਆ। ਔਰ ਨਾਵਲ ਜਿਹੜਾ ਹੈ ਇੱਕ ਸਾਡੇ ਜੀਵਨ ਨੂੰ ਕਹਿੰਦੇ ਨੇ ਸ਼ਿੰਗਾਰਦਾ ਹੈ, ਸਾਨੂੰ ਸੰਵਾਰਦਾ ਹੈ। ਜੇ ਕੁਝ ਸਿੱਖਣਾ ਹੈ ਨਾ ਤਾਂ ਉਹਦੇ ਵਿੱਚੋਂ ਸਾਨੂੰ ਸਿੱਖਿਆ ਜਾ ਸਕਦਾ। ਸੋ ਤੁਸੀਂ ਹੋਰ ਅੱਗੇ ਕੁਝ ਹੋਰ ਪਲਾਨ ਕਰਦੇ ਪਏ ਹੋ ਕਿ ਮੈਂ ਕੁਝ ਹੋਰ ਵੀ ਨਾਵਲ ਜਿਹੜਾ ਹੈ ਅੱਗੇ ਲਿਖਾਂ ਤਾਂ ਜੋ ਹੁਣ ਅੱਗੇ ਹੋਰ ਵਧਿਆ ਜਾਵੇ? ਕਿਉਂਕਿ ਇੱਕ ਨਾਵਲ ਦੇ ਨਾਲ ਤਾਂ ਕਹਿੰਦੇ ਨੇ ਬੰਦਾ ਜਦੋਂ ਲਿਖਣਾ ਸ਼ੁਰੂ ਕਰਦਾ ਹੈ ਨਾ ਹੌਲੀ 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 ਫਿਰ ਮੰਜ਼ਿਲ ਦਰ ਮੰਜ਼ਿਲ ਅੱਗੇ ਵਧਦਾ ਜਾਂਦਾ। ਕੁਝ ਹੋਰ ਵੀ ਲਿਖ ਰਹੇ ਹੋ ਹੁਣ? ਹਾਂਜੀ ਬਿਲਕੁਲ, ਜਿਵੇਂ ਤੁਸੀਂ ਆਖਿਆ ਵੀ ਨਾਵਲ ਦੇ ਵਿੱਚੋਂ ਬੰਦਾ ਸਿੱਖ ਸਕਦਾ। ਜੇ ਅਸੀਂ ਸਾਰੇ ਸਾਹਿਤ ਰੂਪਾਂ ਚੋਂ ਦੇਖੀਏ ਤਾਂ ਨਾਵਲ ਹੀ ਇੱਕ ਅਜਿਹਾ ਸਾਹਿਤ ਰੂਪ ਆ ਜਿਹੜਾ ਸਾਡੇ ਸੰਪੂਰਨ ਜੀਵਨ ਦੀ ਝਲਕ ਪੇਸ਼ ਕਰਦਾ। ਸਾਨੂੰ ਮੈਨੂੰ ਲੱਗਦਾ ਹੁੰਦਾ ਵੀ ਮੈਂ ਕਿਉਂ ਪੜ੍ਹਦਾ, ਜਾਂ ਆਮ ਤੌਰ ਤੇ ਸਵਾਲ ਕੀਤਾ ਜਾਂਦਾ ਕਿ ਵੀ ਸਾਹਿਤ ਨੂੰ ਪੜ੍ਹੇ ਦਾ ਕੀ ਫਾਇਦਾ ਹੋ ਸਕਦਾ। ਸਭ ਤੋਂ ਵੱਡਾ ਫਾਇਦਾ ਇਹ ਆ ਸਾਨੂੰ ਜ਼ਿੰਦਗੀ ਬਾਰੇ ਪਤਾ ਲੱਗਦਾ ਵੀ ਕਿਸ ਤਰ੍ਹਾਂ ਨਾਲ ਅਸੀਂ ਅੱਗੇ ਵਧਣਾ। ਸੋ ਨਾਵਲ ਦੇ ਵਿੱਚ ਮੈਂ ਆਪਣਾ ਨਵਾਂ ਨਾਵਲ ਲਿਖ ਰਿਹਾ ਗਾ, ਉਸ ਵਿੱਚ ਮੈਂ ਸਾਡੇ ਮੱਧ ਵਰਗੀ ਲੋਕਾਂ ਦੇ ਜ਼ਿੰਦਗੀ ਦੀਆਂ ਉਹ ਬਰੀਕ ਸਮੱਸਿਆਵਾਂ ਨੂੰ ਪੇਸ਼ ਕਰਨਾ ਦੀ ਕੋਸ਼ਿਸ਼ ਕਰ ਰਿਹਾ ਗਾ ਜਿਹੜੀਆਂ ਕਿ ਸਾਨੂੰ ਖੁੱਲ੍ਹੀ ਅੱਖ ਨਾਲ ਨਜ਼ਰ ਨਹੀਂ ਆਉਂਦੀਆਂ। ਜਿਹੜਾ ਇੱਕ ਪਰਦੇ ਦੇ ਪਿੱਛੇ ਬੜਾ ਸਾਡੇ ਲੋਕ ਮਾਨਸਿਕ ਤੌਰ ਤੇ ਉਹ ਦਵੰਦਰ ਦੇ ਵਿੱਚ ਫਸੇ ਹੋਏ ਨੇ। ਸੋ ਉਸ ਨੂੰ ਮੈਂ ਰੂਮਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੀ ਯਾਦਵਿੰਦਰ, ਜਾਂਦੇ ਜਾਂਦੇ ਇਹ ਪੁੱਛਣਾ ਚਾਹਾਂਗੇ ਕਿ ਆਪਣੇ ਨੌਜਵਾਨ ਪੀੜ੍ਹੀ ਨੂੰ ਅਸੀਂ ਆਪਣੇ ਸਾਹਿਤ ਦੇ ਨਾਲ ਜੋੜ ਕਿਵੇਂ ਸਕਦੇ ਹਾਂ? ਇੱਥੇ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਆ, ਉਹਨਾਂ ਨੂੰ ਮਾਹੌਲ ਦੇਣਾ ਪਵੇਗਾ। ਇਹ ਮਾਹੌਲ ਸਭ ਤੋਂ ਪਹਿਲਾਂ ਪਰਿਵਾਰ ਦੇ ਵਿੱਚ, ਸਕੂਲ ਦੇ ਵਿੱਚ
ਤੇ ਸਾਡਾ ਸਮਾਜ ਦੇ ਵਿੱਚ ਲਾਇਬ੍ਰੇਰੀਆਂ ਸਥਾਪਿਤ ਕਰਕੇ ਦਿੱਤਾ ਜਾ ਸਕਦਾ ਗਾ। ਸੋ ਸਭ ਤੋਂ ਪਹਿਲਾਂ ਸਾਨੂੰ ਮਾਹੌਲ ਬਣਾਉਂਦਾ ਗਾ, ਇਹ ਮਾਹੌਲ ਹੀ ਬਿਹਤਰ ਨਾਗਰਿਕ ਪੈਦਾ ਕਰੇਗਾ। ਬਿਲਕੁਲ, ਕਹਿੰਦੇ ਨੇ ਕਿ ਜਦੋਂ ਅਸੀਂ ਆਪਣੀਆਂ ਜੜ੍ਹਾਂ ਤੋਂ ਟੁੱਟ ਜਾਂਦੇ ਹਾਂ, ਜੜ੍ਹਾਂ ਤੋਂ ਅਲੱਗ ਹੋ ਜਾਂਦੇ ਹਾਂ, ਤਾਂ ਸਾਡਾ ਜਿਹੜਾ ਜੀਵਨ ਹੈ ਉਹ ਬਿਲਕੁਲ ਹੀ ਖਤਮ ਹੋ ਜਾਂਦਾ ਹੈ। ਕਿਸੇ ਵੀ ਚੀਜ਼ ਨੂੰ ਪਾਉਣ ਦੇ ਵਾਸਤੇ, ਕਿਸੇ ਵੀ ਮੰਜ਼ਿਲ ਨੂੰ ਸਰ ਕਰਨ ਦੇ ਵਾਸਤੇ, ਅੱਗੇ ਵਧਣ ਦੇ ਵਾਸਤੇ ਜ਼ਰੂਰੀ ਹੈ ਕਿ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ। ਤੇ ਸਾਡੀਆਂ ਜੜ੍ਹਾਂ ਨੇ ਸਾਡਾ ਸਾਹਿਤ, ਸਾਡੀ ਮਾਂ ਬੋਲੀ ਪੰਜਾਬੀ, ਪੰਜਾਬੀਅਤ ਤੇ ਪੰਜਾਬ। ਔਰ ਜਦ ਅਸੀਂ ਆਪਣੀਆਂ ਇਹਨਾਂ ਜੜ੍ਹਾਂ ਦੇ ਨਾਲ ਜੁੜੇ ਰਵਾਂਗੇ ਤੇ ਯਕੀਨਨ ਸਾਡੀ ਕਾਮਯਾਬੀ ਨੂੰ ਕੋਈ ਵੀ ਨਹੀਂ ਰੋਕ ਸਕਦਾ, ਸਾਡੀ ਤਰੱਕੀ ਨੂੰ ਕੋਈ ਵੀ ਨਹੀਂ ਰੋਕ ਸਕਦਾ। ਸੋ ਤੁਸੀਂ ਵੀ ਆਪਣੇ ਨੌਜਵਾਨਾਂ ਨੂੰ, ਆਪਣੇ ਬੱਚਿਆਂ ਨੂੰ ਆਪਣੇ ਸਾਹਿਤ ਦੇ ਨਾਲ ਜ਼ਰੂਰ ਜੋੜੋ ਤਾਂ ਜੋ ਉਹ ਅੱਗੇ ਵੱਧ ਸਕਣ, ਜ਼ਿੰਦਗੀ ਦੇ ਹਰ ਮੁਸ਼ਕਿਲ ਨੂੰ ਸਰ ਕਰ ਸਕਣ, ਹਰ ਜਗ੍ਹਾ ਤੇ ਕਾਮਯਾਬ ਹੋਣ। ਸੋ ਯਾਦਵਿੰਦਰ ਜੀ, ਸਾਡੇ ਸਟੂਡੀਓ ਦੇ ਵਿੱਚ ਆਏ ਤੁਸੀਂ ਔਰ ਇੰਨੀ ਜਾਣਕਾਰੀ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ। ਸਟੂਡੀਓ ਚ ਆਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਡਾ ਵੀ।